ਹੈਲੋ ਸਤਿ ਸ਼੍ਰੀ ਅਕਾਲ ਨਮਸਤੇ ਚੈਨਲ 2 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਆਪਾਂ ਸਾਰੇ ਇੱਕ ਵਾਰ ਫੇਰ ਨਵੇਂ ਸਾਲ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ। 2014 ਦੇ ਇਸ ਸਾਲ ਦੇ ਵਿੱਚ ਕਾਫੀ ਕੌੜੀਆਂ ਤੇ ਬੜੀਆਂ ਹੀ ਮਿੱਠੀਆਂ ਯਾਦਾਂ ਨਾਲ ਭਰਪੂਰ ਰਹੀ ਸਾਡੀ ਜ਼ਿੰਦਗੀ। ਭਾਰਤ ਲਈ ਇਹ ਸਾਲ ਬਹੁਤ ਮਹੱਤਵਪੂਰਨ ਰਿਹਾ ਕਿਉਂਕਿ ਇਸ ਸਾਲ ਦੇ ਵਿੱਚ ਅਨੇਕ ਯਾਦ ਰੱਖਣਯੋਗ ਸਿਆਸੀ ਸਮਾਜਿਕ ਅਤੇ ਧਾਰਮਿਕ ਘਟਨਾਵਾਂ ਆਪਣੀਆਂ ਅਮਿੱਟ ਯਾਦਾਂ ਛੱਡ ਗਈਆਂ। ਸੋ ਮੈਂ ਕਿਰਨਪ੍ਰੀਤ ਤੁਹਾਨੂੰ ਬੜੇ ਹੀ ਸੰਖੇਪ ਦੇ ਵਿੱਚ ਰਾਸ਼ਟਰੀ ਪੱਧਰ ਤੇ ਵਾਪਰੀਆਂ ਘਟਨਾਵਾਂ ਤੋਂ ਜਾਣੂ ਕਰਵਾ ਰਹੀ ਹਾਂ। ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਸਾਲ 2014 ਦੇ ਕੁਝ ਅਜਿਹੇ ਇਵੈਂਟਸ ਅਤੇ ਕੰਟਰੋਵਰਸੀਜ਼ ਬਾਰੇ ਜੋ ਇਲੈਕਟ੍ਰੋਨਿਕ ਪ੍ਰਿੰਟ ਅਤੇ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਵਿੱਚ ਰਹੇ। 2014 ਵਿੱਚ ਲਗਭਗ ਹਰ ਪਾਰਟੀ ਆਪਣੇ ਤਜਰਬੇ, ਕੰਮਾਂ ਜਾਂ ਫਿਰ ਬਿਆਨਬਾਜ਼ੀ ਕਰਕੇ ਸੁਰਖੀਆਂ 'ਚ ਰਹੀ, ਚਾਹੇ ਉਹ ਬੀਜੇਪੀ ਹੋਵੇ, ਕਾਂਗਰਸ ਹੋਵੇ ਜਾਂ ਫਿਰ ਆਪਣੀ ਅਨੋਖੇ ਪ੍ਰਚਾਰ ਵਜੋਂ ਉੱਭਰ ਕੇ ਸਾਹਮਣੇ ਆਈ ਆਮ ਆਦਮੀ ਪਾਰਟੀ। ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਮਸਲੇ ਸਨ ਜਿਨ੍ਹਾਂ ਨੇ ਸਾਲ 2014 ਵਿੱਚ ਹਲਚਲ ਮਚਾਈ ਰੱਖੀ। ਸਾਲ 2014 ਹਰ ਪੱਖੋਂ ਦੇਸ਼ ਲਈ ਕਾਫੀ ਅਹਿਮ ਰਿਹਾ ਅਤੇ ਇਸ ਸਾਲ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨੇ ਦੇਸ਼ ਦੀ ਰਾਜਨੀਤੀ ਤੇ ਵੱਡਾ ਪ੍ਰਭਾਵ ਛੱਡਿਆ। ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ 4 ਰਾਜਾਂ ਦੀਆਂ ਚੋਣਾਂ ਵਿੱਚ ਬੀਜੇਪੀ ਦੀ ਜਿੱਤ ਕਾਰਨ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਖਿਲਾਫ ਅਜਿਹਾ ਵਾਤਾਵਰਣ ਤਿਆਰ ਹੋਇਆ ਜਿਸ ਨਾਲ 65 ਸਾਲਾਂ ਤੋਂ ਰਾਜ ਕਰ ਰਹੀ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਹਿੱਲ ਗਈਆਂ ਅਤੇ ਉਹ ਆਮ ਚੋਣਾਂ ਦੇ ਵਿੱਚ ਸਿਰਫ 44 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ। ਇਸੇ ਸਾਲ ਦੇ ਸ਼ੁਰੂ ਵਿੱਚ ਦੇਸ਼ ਦੀ ਸਰਵਉੱਚ ਅਦਾਲਤ ਨੇ ਕਾਲੇ ਧਨ, ਕੋਇਲਾ ਬਲਾਕ ਅਲਾਟ ਕਰਨ ਦੇ ਮਾਮਲਿਆਂ ਤੇ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਲਈ ਕਈ ਇਤਿਹਾਸਿਕ ਫੈਸਲੇ ਕੀਤੇ ਜਿਸ ਨਾਲ ਰਾਜ ਕਰ ਰਹੀ ਯੂਪੀਏ ਸਰਕਾਰ ਖਿਲਾਫ ਲੋਕਾਂ ਦੇ ਵਿੱਚ ਇੱਕ ਆਮ ਰਾਏ ਪੈਦਾ ਹੋਈ। ਇਸ ਦੇ ਨਾਲ ਹੀ ਅੰਦੋਲਨ ਦੇ ਵਿੱਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਅੰਦਰ ਸਰਕਾਰ ਬਣਾਉਣਾ ਇਸ ਸਾਲ ਦੀ ਇੱਕ ਵੱਡੀ ਘਟਨਾ ਸੀ। ਪਰ ਬੇਸ਼ੱਕ ਇਹ ਸਰਕਾਰ ਸਿਰਫ 49 ਦਿਨ ਹੀ ਚੱਲੀ, ਪਰ ਫਿਰ ਵੀ ਇਸਨੇ ਰਾਜਨੀਤੀ ਵਿੱਚ ਬਦਲਾਅ ਲਿਆਉਣ ਦੇ ਲਈ ਇੱਕ ਵੱਖਰੀ ਹੀ ਛਾਪ ਛੱਡੀ। ਕੇਜਰੀਵਾਲ ਦੀ ਸਰਕਾਰ ਨੇ ਬੇਸ਼ੱਕ ਜਨਤਾ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਏ, ਪਰੰਤੂ ਵਿਧਾਨ ਸਭਾ ਦੇ ਵਿੱਚ ਬਹੁਮਤ ਨਾ ਹੋਣ ਕਾਰਨ ਲੋਕਪਾਲ ਬਿੱਲ ਦੇ ਮੁੱਦੇ ਤੇ ਸਰਕਾਰ ਨੂੰ ਅਸਤੀਫਾ ਦੇਣਾ ਪਿਆ। ਦੋ 2014 ਚ ਚਾਹੇ ਮੋਦੀ ਲਹਿਰ ਛਾਈ ਰਹੀ, ਪਰ ਜਦ ਉਹਨਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਗਿਆ ਸੀ ਤਾਂ ਕਈਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ, ਪਰ ਉਹਨਾਂ ਤੇ ਉੱਠ ਰਹੇ ਸਵਾਲਾਂ ਦੇ ਜਵਾਬ ਸਭ ਨੂੰ ਚੋਣਾਂ ਦੌਰਾਨ ਮਿਲੇ। ਸਾਲ 2014 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਘੋਸ਼ਿਤ ਕਰਨਾ ਵੀ ਇਤਿਹਾਸਿਕ ਘਟਨਾ ਵਜੋਂ ਯਾਦ ਰੱਖਿਆ ਜਾਵੇਗਾ। ਤੇ ਉਧਰ ਆਮ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਨੇ ਯੂਪੀ ਜਿੱਤ ਕੇ ਕੇਂਦਰ ਨੂੰ ਫਤਿਹ ਕਰਨ ਦਾ ਪਲਾਨ ਤਿਆਰ ਕੀਤਾ ਜਿਸ ਨੂੰ ਯੂਪੀ ਦੇ ਵਿੱਚ ਉਹਨਾਂ ਦੇ ਵਿਸ਼ੇਸ਼ ਲੈਫਟੀਨੈਂਟ ਅਮਿਤ ਸ਼ਾਹ ਨੇ ਅੰਜਾਮ ਦਿੰਦਿਆਂ 80 ਵਿੱਚੋਂ 73 ਸੀਟਾਂ ਜਿੱਤ ਕੇ ਚਮਤਕਾਰ ਕਰ ਵਿਖਾਇਆ ਅਤੇ ਮੋਦੀ ਦਾ ਕੇਂਦਰ ਦੇ ਵਿੱਚ ਬੀਜੇਪੀ ਦੀ ਬਹੁਮਤ ਵਾਲੀ ਸਰਕਾਰ ਸਥਾਪਿਤ ਕਰਨ ਦਾ ਰਸਤਾ ਸਾਫ਼ ਕੀਤਾ। ਬੇਸ਼ੱਕ ਸਾਲ 2014 ਵਿੱਚ ਮੋਦੀ ਦੀ ਹਨੇਰੀ ਸਾਰੇ ਦੇਸ਼ ਵਿੱਚ ਚੱਲੀ, ਪਰੰਤੂ ਪੰਜਾਬ ਰਾਜ ਵਿੱਚ ਇਸ ਨੂੰ ਕੋਈ ਵੀ ਹੁੰਗਾਰਾ ਨਹੀਂ ਮਿਲਿਆ ਅਤੇ 13 ਦੇ ਵਿੱਚੋਂ ਸਿਰਫ 5 ਸੀਟਾਂ ਹੀ ਗਠਬੰਧਨ ਦੇ ਹਿੱਸੇ ਆਈਆਂ ਅਤੇ ਬੀਜੇਪੀ ਦੇ ਪ੍ਰਮੁੱਖ ਨੇਤਾ ਅਰੁਣ ਜੇਤਲੀ ਚੋਣਾਂ ਦੇ ਵਿੱਚ ਹਾਰ ਕੇ ਬੇਰੰਗ ਵਾਪਸ ਪਰਤੇ। ਇਸ ਸਾਲ ਦੌਰਾਨ ਕੁਝ ਅਜਿਹਾ ਵੀ ਵਾਪਰਿਆ ਜਿਸ ਨੇ ਭਾਰਤ ਦੇ ਪਾਕਿਸਤਾਨ ਨਾਲ ਰਿਸ਼ਤੇ ਸੁਧਾਰਨ ਵੱਲ ਚੁੱਕੇ ਜਾ ਰਹੇ ਕਦਮਾਂ ਨੂੰ ਰੋਕਦਿਆਂ ਰਿਸ਼ਤੇ ਹੋਰ ਵਿਗਾੜ ਦਿੱਤੇ। ਇਸ ਦੇ ਨਾਲ ਹੀ ਜਿਸ ਘਟਨਾ ਨੇ ਭਾਰਤ ਤੇ ਪਾਕਿਸਤਾਨ ਵਿਚਲੇ ਰਿਸ਼ਤਿਆਂ ਨੂੰ ਸਹੀ ਨਹੀਂ ਹੋਣ ਦਿੱਤਾ ਉਹ ਸੀ ਸੀਜ਼ ਫਾਇਰਿੰਗ ਦੀ ਉਲੰਘਣਾ। ਪਾਕਿਸਤਾਨ ਵੱਲੋਂ ਸਾਲ 2014 ਵਿੱਚ ਰਿਕਾਰਡ ਤੋੜ ਫਾਇਰਿੰਗ ਕੀਤੀ ਗਈ ਜਿਸ ਤੇ ਭਾਰਤ ਨੇ ਸਖਤ ਕਦਮ ਚੁੱਕਦਿਆਂ ਪਾਕਿਸਤਾਨ ਨਾਲ ਸੈਕਟਰੀ ਲੈਵਲ ਦੀ ਗੱਲਬਾਤ ਬੰਦ ਕਰ ਦਿੱਤੀ।
ਹੁਣ ਅਸੀਂ ਤੁਹਾਨੂੰ ਦੱਸਾਂਗੇ ਸਾਲ 2014 ਦੌਰਾਨ ਚਾਰ ਰਾਜਾਂ ਝਾਰਖੰਡ, ਜੰਮੂ ਕਸ਼ਮੀਰ, ਹਰਿਆਣਾ ਤੇ ਮਹਾਰਾਸ਼ਟਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਅਤੇ ਭਾਰਤ ਰਤਨ ਨਾਲ ਸਨਮਾਨਿਤ ਰਾਜਨੀਤਿਕ ਸ਼ਖਸੀਅਤਾਂ ਬਾਰੇ। 2014 ਵਿੱਚ ਚਾਰ ਰਾਜਾਂ ਝਾਰਖੰਡ, ਜੰਮੂ ਕਸ਼ਮੀਰ, ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵੀ ਕਾਫੀ ਮਹੱਤਵਪੂਰਨ ਰਹੀਆਂ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਨੇ ਆਪਣੇ ਦਮ ਤੇ 47 ਸੀਟਾਂ ਜਿੱਤੀਆਂ, ਜਦਕਿ ਸੱਤਾਰੂੜ ਕਾਂਗਰਸ ਦੇ ਖਾਤੇ ਸਿਰਫ 15 ਸੀਟਾਂ ਹੀ ਆਈਆਂ। ਦੂਜੇ ਪਾਸੇ ਵੇਖਿਆ ਜਾਵੇ ਤਾਂ ਮਹਾਰਾਸ਼ਟਰ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ, ਪਰ ਉਸ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਝਾਰਖੰਡ ਅਤੇ ਜੰਮੂ ਕਸ਼ਮੀਰ ਵਿੱਚ 5 ਪੜਾਵਾਂ ਦੇ ਵਿੱਚ ਹੋਈਆਂ ਚੋਣਾਂ ਵੀ ਕਾਫੀ ਮਹੱਤਵਪੂਰਨ ਰਹੀਆਂ। 2014 ਵਿੱਚ ਚਾਰ ਰਾਜਾਂ ਝਾਰਖੰਡ, ਜੰਮੂ ਕਸ਼ਮੀਰ, ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵੀ ਕਾਫੀ ਮਹੱਤਵਪੂਰਨ ਰਹੀਆਂ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਨੇ ਆਪਣੇ ਦਮ ਤੇ 47 ਸੀਟਾਂ ਜਿੱਤੀਆਂ, ਜਦਕਿ ਸੱਤਾਰੂੜ ਕਾਂਗਰਸ ਦੇ ਖਾਤੇ ਸਿਰਫ 15 ਸੀਟਾਂ ਹੀ ਆਈਆਂ। 23 ਸਾਲ ਦੇ ਆਖਿਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮਹਾਤਮਾ ਮਦਨ ਮੋਹਨ ਮਾਲਵੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਕੇਂਦਰੀ ਕੈਬਨਿਟ ਨੇ ਇਹ ਫੈਸਲਾ ਵਾਜਪਾਈ ਦੇ 90ਵੇਂ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਲਿਆ। ਬਿਊਰੋ ਰਿਪੋਰਟ, ਚੈਨਲ 2। ਤੇ ਹੁਣ ਅਸੀਂ ਗੱਲ ਕਰਾਂਗੇ ਉਸ ਪਾਰਟੀ ਦੀ ਜਿਸਨੇ ਕਦੇ ਵੀ ਕੇਂਦਰ ਵਿੱਚ ਬਹੁਮਤ ਨਾਲ ਸਰਕਾਰ ਨਹੀਂ ਸੀ ਬਣਾਈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਦੀ। ਦਿੱਲੀ ਦਾ ਇੱਕ ਪਾਸੇ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਭਾਜਪਾ ਨੇ ਆਪਣੇ ਰਿਕਾਰਡ ਕਾਇਮ ਕੀਤੇ। ਸੱਤਾਧਾਰੀ ਪਾਰਟੀ ਬੀਜੇਪੀ ਸਾਲ 2014 ਚ ਮੋਦੀ ਦੀ ਅਗਵਾਈ ਹੇਠ ਇੱਕ ਅਜਿਹੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਜਿਸ ਨੇ ਸਾਲ 2014 ਦੀ ਇਤਿਹਾਸਿਕ ਰਾਜਨੀਤੀ 'ਚ ਆਪਣੀ ਇੱਕ ਵੱਖਰੀ ਹੀ ਛਾਪ ਛੱਡੀ। 1984 ਦੀਆਂ ਆਮ ਚੋਣਾਂ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਬੀਜੇਪੀ ਨੇ ਇਕੱਲਿਆਂ 282 ਦੇ ਜਾਦੂਈ ਅੰਕੜੇ ਨੂੰ ਪਾਰ ਕੀਤਾ ਅਤੇ ਐਨਡੀਏ ਦੀਆਂ 336 ਸੀਟਾਂ ਨਾਲ ਭਾਰਤ ਦੀ ਸੱਤਾ ਤੇ ਕਾਬਜ਼ ਹੋਈ। ਇਸ ਸਾਲ ਜਿਸ ਪਾਰਟੀ ਦੇ ਨਾਂ ਰਿਹਾ ਉਹ ਹੈ ਭਾਰਤੀ ਜਨਤਾ ਪਾਰਟੀ। ਮੋਦੀ ਦੀ ਅਗਵਾਈ ਹੇਠ ਇਸ ਪਾਰਟੀ ਨੇ ਬਹੁਮਤ ਪ੍ਰਾਪਤ ਕਰਕੇ ਇੱਕ ਮਜ਼ਬੂਤ ਸਰਕਾਰ ਬਣਾਉਣ ਦਾ ਸੁਪਨਾ ਵਿਖਾਇਆ। ਅੱਛੇ ਦਿਨ ਲਿਆਉਣ ਦੇ ਵਾਅਦੇ ਨਾਲ ਸੱਤਾ ਵਿੱਚ ਉਤਰੀ ਬੀਜੇਪੀ ਸਰਕਾਰ ਨੇ ਕਈ ਸਖਤ ਅਤੇ ਅਹਿਮ ਫੈਸਲੇ ਵੀ ਕੀਤੇ। ਮੰਤਰੀ ਮੰਡਲ ਦਾ ਗਠਨ, ਕਾਲੇ ਧਨ ਤੇ ਐਸਆਈਟੀ ਦਾ ਗਠਨ, ਕਿਸਾਨਾਂ ਅਤੇ ਪੇਂਡੂ ਖੇਤਰਾਂ ਦੀ ਦੁਰਦਸ਼ਾ ਨੂੰ ਸੁਧਾਰਨਾ, ਆਵਾਜਾਈ ਪ੍ਰਬੰਧਾਂ ਵਿੱਚ ਸੁਧਾਰ ਮੋਦੀ ਸਰਕਾਰ ਦੀਆਂ ਪ੍ਰਮੁੱਖ ਗਤੀਵਿਧੀਆਂ ਸਨ। ਇਸ ਤੋਂ ਇਲਾਵਾ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਵੀ ਕੀਤੀ ਗਈ ਅਤੇ ਇਸ ਲਹਿਰ ਨੇ ਆਪਣਾ ਖਾਸਾ ਪ੍ਰਭਾਵ ਛੱਡਿਆ। ਭਾਰਤੀ ਜਨਤਾ ਪਾਰਟੀ ਦਾ ਦਬਦਬਾ ਇਸ ਸਾਲ ਕਾਫੀ ਪ੍ਰਭਾਵਪੂਰਨ ਰਿਹਾ। ਵਿਰੋਧੀ ਪਾਰਟੀਆਂ ਨੇ ਇਸ ਨੂੰ ਕਈ ਵਾਰ ਕਠਹਿਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਸਵਾਲਾਂ ਦਾ ਜਵਾਬ ਪਾਰਟੀ ਨੇ ਬੋਲ ਕੇ ਦੇਣ ਦੀ ਬਜਾਏ ਕੁਝ ਕਰਕੇ ਦਿੱਤਾ। ਇਸੇ ਸਾਲ ਕਈ ਸਮੇਂ ਤੋਂ ਲੰਬਿਤ ਪ੍ਰੋਜੈਕਟਾਂ ਨੂੰ ਨੇਪਰੇ ਚਾੜਿਆ ਗਿਆ। ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੋਂ ਦਿੱਤੇ ਗਏ ਆਰਡਰ INS ਵਿਕਰਮਾਦਿੱਤਿਆ ਨੂੰ PM ਮੋਦੀ ਵੱਲੋਂ ਗੋਆ ਵਿਖੇ ਨੇਵੀ ਨੂੰ ਸੌਂਪਿਆ ਗਿਆ। ਇਸ ਤੋਂ ਇਲਾਵਾ ਕਈ ਹੋਰਨਾਂ ਪ੍ਰੋਜੈਕਟਾਂ ਦਾ ਕੰਮ ਵੀ ਲੰਬਿਤ ਹੈ ਅਤੇ ਕਈਆਂ ਨੂੰ ਮੁਕੰਮਲ ਕੀਤਾ ਗਿਆ। ਕੁੱਲ ਮਿਲਾ ਕੇ ਇਸ ਸਾਲ ਬੀਜੇਪੀ ਦਾ ਹੀ ਬੋਲਬਾਲਾ ਰਿਹਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਅੰਥਕ ਰੈਲੀਆਂ, ਜਨ ਸਭਾਵਾਂ ਨੂੰ ਸੰਬੋਧਿਤ ਕੀਤਾ ਗਿਆ। ਕਈ ਵੱਖ-ਵੱਖ, ਕਈ ਅਲੱਗ ਅਤੇ ਹੈਰਾਨਕੁੰਨ ਕਦਮ ਚੱਕੇ ਗਏ ਅਤੇ ਉਮੀਦ ਹੈ ਕਿ ਇਸ ਸਾਲ ਵਿੱਚ ਵੀ ਇਹ ਪਾਰਟੀ ਇਸ ਤੋਂ ਲਗਾਈਆਂ ਜਾ ਰਹੀਆਂ ਉਮੀਦਾਂ ਤੇ ਖਰੀ ਉਤਰੇਗੀ। ਬਿਊਰੋ ਰਿਪੋਰਟ, ਚੈਨਲ 2। ਤੇ ਹੁਣ ਅਸੀਂ ਗੱਲ ਕਰਾਂਗੇ ਇੱਕ ਨਵੀਂ ਸੋਚ, ਇੱਕ ਨਵੇਂ ਤਜਰਬੇ ਅਤੇ ਆਮ ਜਨਤਾ ਦੀ ਆਵਾਜ਼ ਬਣ ਕੇ ਸਿਆਸਤ 'ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਉਤਰੀ ਆਮ ਆਦਮੀ ਪਾਰਟੀ ਦੀ। ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ 49 ਦਿਨਾਂ ਦੀ ਸਰਕਾਰ ਬਣਾ ਕੇ ਕਈ ਸ਼ਲਾਘਾਯੋਗ ਅਤੇ ਅਜਿਹੇ ਕੰਮ ਕੀਤੇ ਜੋ ਕਦੇ ਵੀ ਕਿਸੇ ਮੁੱਖ ਮੰਤਰੀ ਤੋਂ ਐਕਸਪੈਕਟ ਨਹੀਂ ਕੀਤੇ ਜਾਂਦੇ, ਚਾਹੇ ਉਹ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਨੂੰ ਮਨਾ ਕਰਨਾ ਹੋਵੇ ਜਾਂ ਫਿਰ ਆਪਣੀ ਹੀ ਪੁਲਿਸ ਖਿਲਾਫ ਧਰਨਾ ਦੇਣਾ ਕਿਉਂ ਨਾ ਹੋਵੇ। ਪਰ ਇਹ ਪਾਰਟੀ ਜਿਨੇ ਜੋਸ਼ ਨਾਲ ਸੱਤਾ ਵਿੱਚ ਉਤਰੀ, ਉਨੀ ਸੋਚ ਅਤੇ ਸਮਝਦਾਰੀ ਨਾਲ ਟਿਕ ਨਹੀਂ ਸਕੀ। ਆਮ ਆਦਮੀ ਪਾਰਟੀ ਅੰਦੋਲਨ ਚੋਂ ਪੈਦਾ ਹੋਈ ਇਸ ਪਾਰਟੀ ਨੇ ਦਿੱਲੀ ਅੰਦਰ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾ ਕੇ ਇੱਕ ਨਵਾਂ ਇਤਿਹਾਸ ਸਿਰਜਿਆ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਰਾਮਲੀਲਾ ਮੈਦਾਨ ਵਿੱਚ ਸਹੁੰ ਚੁੱਕੀ। ਬੇਸ਼ੱਕ ਇਹ ਸਰਕਾਰ ਸਿਰਫ 49 ਦਿਨ ਤੱਕ ਹੀ ਚੱਲੀ, ਪਰ ਫਿਰ ਵੀ ਇਸ ਨੇ ਰਾਜਨੀਤੀ ਵਿੱਚ ਬਦਲਾਅ ਲਿਆਉਣ ਦੇ ਲਈ ਇੱਕ ਵੱਖਰੀ ਹੀ ਛਾਪ ਛੱਡੀ।
ਕੇਜਰੀਵਾਲ ਦੀ ਅਗਵਾਈ ਹੇਠ 49 ਦਿਨਾਂ ਤੱਕ ਚੱਲੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ, ਮਹਿੰਗਾਈ ਘੱਟ ਕਰਨ, ਬਿਜਲੀ ਪਾਣੀ ਦੀ ਕਮੀ ਨੂੰ ਦੂਰ ਕਰਨ ਵਰਗੇ ਕਈ ਉਪਰਾਲੇ ਕੀਤੇ ਗਏ। ਪਰ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਸਭ ਤੋਂ ਅਹਿਮ ਕੰਮ ਸੀ ਬਿਜਲੀ ਪਾਣੀ ਦੇ ਰੇਟ ਘੱਟ ਕਰਨੇ। ਇਸ ਤੋਂ ਇਲਾਵਾ ਆਪ ਪਾਰਟੀ ਆਮ ਜਨਤਾ ਦੀ ਆਵਾਜ਼ ਬਣ ਕੇ ਉਭਰੀ, ਪਰੰਤੂ ਲੋਕਪਾਲ ਬਿੱਲ ਦੇ ਮੁੱਦੇ ਤੇ ਸਰਕਾਰ ਨੂੰ ਅਸਤੀਫਾ ਦੇਣਾ ਪਿਆ। ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਲੈਣ ਤੋਂ ਇਨਕਾਰ ਕਰਕੇ ਇੱਕ ਨਵੀਂ ਰਿਵਾਇਤ ਪਾਈ ਗਈ। ਉਹ ਪਹਿਲੇ ਮੁੱਖ ਮੰਤਰੀ ਸਨ ਜੋ ਦਿੱਲੀ ਦੀਆਂ ਸੜਕਾਂ ਤੇ ਬਗੈਰ ਸੁਰੱਖਿਆ ਜਾਂ ਆਪਣੀ ਨਿੱਜੀ ਗੱਡੀ ਵਿੱਚ ਘੁੰਮਦੇ ਨਜ਼ਰ ਆਏ। ਅਨੋਖੇ ਕੰਮਾਂ ਲਈ ਮਸ਼ਹੂਰ ਕੇਜਰੀਵਾਲ ਨੇ ਆਪਣੀ ਹੀ ਪੁਲਿਸ ਖਿਲਾਫ ਧਰਨਾ ਵੀ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਕਈ ਅਭਿਆਨ ਵੀ ਸ਼ੁਰੂ ਕੀਤੇ ਗਏ। ਕੁੱਲ ਮਿਲਾ ਕੇ ਇਸ ਸਾਲ ਦੀ ਸ਼ੁਰੂਆਤ ਇਸੇ ਪਾਰਟੀ ਦੇ ਨਾਲ ਰਹੀ, ਪਰ ਹੌਲੀ-ਹੌਲੀ ਇਸ ਦੀ ਹਾਲਤ ਕੁਝ ਵੱਖਰੀ ਹੀ ਨਜ਼ਰ ਆਈ ਅਤੇ ਇਹ ਪਾਰਟੀ ਆਪਣੀ ਪੋਜੀਸ਼ਨ ਤੇ ਟਿਕ ਨਹੀਂ ਸਕੀ। ਬਿਊਰੋ ਰਿਪੋਰਟ, ਚੈਨਲ 2। ਤੇ ਹੁਣ ਵਧਦੇ ਹਾਂ ਉਸ ਪਾਰਟੀ ਵੱਲ ਜੋ 10 ਸਾਲ ਰਾਜ ਕਰਨ ਦੇ ਬਾਵਜੂਦ ਚੋਣਾਂ ਵਿੱਚ ਬੁਰੀ ਤਰ੍ਹਾਂ ਬਿਖਰ ਗਈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ, ਜੋ ਸੱਤਾ ਵਿੱਚ ਆਉਣਾ ਤਾਂ ਦੂਰ ਵਿਰੋਧੀ ਪਾਰਟੀ ਦਾ ਦਰਜਾ ਵੀ ਹਾਸਲ ਨਹੀਂ ਕਰ ਸਕੀ। ਇਸ ਪਾਰਟੀ ਦੇ ਘੁਟਾਲਿਆਂ ਤੇ ਵਿਵਾਦਾਂ ਨੇ ਇਸ ਦੀ ਨਈਆਂ ਨੂੰ ਮੰਝਧਾਰ ਵਿੱਚ ਹੀ ਡੋਬ ਕੇ ਰੱਖ ਦਿੱਤਾ ਅਤੇ ਇਹ ਪਾਰਟੀ ਆਪਣੇ ਘੁਟਾਲਿਆਂ ਤੇ ਮਾੜੀ ਕਾਰਗੁਜ਼ਾਰੀ ਕਰਕੇ ਹਮੇਸ਼ਾ ਸੁਰਖੀਆਂ 'ਚ ਘਿਰੀ ਰਹੀ। ਕਾਂਗਰਸ ਪਾਰਟੀ ਲਈ ਇਹ ਸਾਲ ਕੁਝ ਖਾਸ ਨਹੀਂ ਰਿਹਾ। ਇਸ ਸਾਲ ਕਾਂਗਰਸ ਪਾਰਟੀ ਨੂੰ ਕਾਫੀ ਮੁਸ਼ਕਲਾਂ ਤੇ ਵਿਰੋਧੀਆਂ ਦੇ ਤਿੱਖੇ ਸ਼ਬਦੀ ਹਮਲਿਆਂ ਦਾ ਲਗਾਤਾਰ ਸਾਹਮਣਾ ਕਰਨਾ ਪਿਆ। ਕਾਂਗਰਸ ਪਾਰਟੀ ਦਾ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ। ਉਹ ਲੋੜੀਂਦੀਆਂ ਸੀਟਾਂ ਲੈਣਾ ਤਾਂ ਦੂਰ ਇੱਕ ਸਟਰੋਂਗ ਆਪੋਜੀਸ਼ਨ ਪਾਰਟੀ ਵੀ ਨਹੀਂ ਸਾਬਤ ਹੋ ਸਕੀ। ਦੱਸਣਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਨੂੰ ਅਜਿਹੀ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪਿਆ। ਹੋਰਨਾਂ ਦੀ ਤਰ੍ਹਾਂ ਕਾਂਗਰਸ ਪਾਰਟੀ ਵੀ ਮੋਦੀ ਲਹਿਰ ਸਾਹਮਣੇ ਨਹੀਂ ਟਿਕ ਸਕੀ। ਇੱਥੇ ਅਸੀਂ ਕਹਿ ਸਕਦੇ ਹਾਂ ਕਿ ਇਹ ਸ਼ਾਇਦ ਉਹਨਾਂ ਘੁਟਾਲਿਆਂ, ਨੀਤੀਆਂ ਜਾਂ ਫਿਰ ਸਕੈਮਸ ਦਾ ਅਸਰ ਹੈ ਜੋ UPA 1 ਅਤੇ UPA 2 ਦੇ ਦੌਰਾਨ ਹੋਏ ਸਨ, ਜਿਸ ਦਾ ਅਸਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ। ਬਿਊਰੋ ਰਿਪੋਰਟ, ਚੈਨਲ 2। ਸਾਲ 2014 ਵਿੱਚ ਦੇਸ਼ ਦੀ ਵਿਦੇਸ਼ ਨੀਤੀ ਨੇ ਨਵਾਂ ਮੋੜ ਕੱਟਦਿਆਂ ਸਮੁੱਚੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਅਤੇ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਹੋਰਨਾਂ ਦੇਸ਼ਾਂ ਨਾਲ ਰਿਸ਼ਤੇ ਕਾਫੀ ਮਜ਼ਬੂਤ ਹੋਏ, ਜਿਸ ਵਿੱਚ ਵਿਦੇਸ਼ ਨੀਤੀ ਨੇ ਇੱਕ ਅਹਿਮ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਦੌਰਾਨ ਦੂਜੇ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਸੁਧਾਰਨ ਅਤੇ ਇੱਕ ਮਜ਼ਬੂਤ ਸਰਕਾਰ ਬਣਾਉਣ ਦੇ ਮਕਸਦ ਨਾਲ ਕਈ ਅਹਿਮ ਕਦਮ ਚੁੱਕੇ ਗਏ, ਜਿਨ੍ਹਾਂ ਨੇ ਕਿ ਇਤਿਹਾਸਿਕ ਛਾਪ ਛੱਡੀ। ਦੇਸ਼ ਸੁਰੱਖਿਆ ਪੱਖੋਂ ਮਜ਼ਬੂਤ ਹੋਇਆ, ਕਈ ਅਹਿਮ ਸਮਝੌਤੇ ਕੀਤੇ ਗਏ, ਕਈ ਨਵੇਂ ਤਜਰਬੇ ਕੀਤੇ ਗਏ ਅਤੇ ਭਾਰਤ ਦੇ ਅੱਛੇ ਦਿਨ ਆਉਣ ਦੇ ਸੰਕੇਤ ਵੀ ਦਿਖਾਈ ਦਿੱਤੇ। ਵਿਦੇਸ਼ ਨੀਤੀ ਅਜਿਹੀ ਨੀਤੀ ਜਿਸ ਤਹਿਤ ਭਾਰਤ ਨੇ ਹੋਰਨਾਂ ਦੇਸ਼ਾਂ ਤੇ ਵਿਦੇਸ਼ਾਂ ਨਾਲ ਆਪਣੇ ਸਬੰਧ ਸੁਧਾਰਨ ਅਤੇ ਮਜ਼ਬੂਤ ਕਰਨ ਦੀ ਯੋਜਨਾ ਉਲੀਕੀ। ਹੁਣ ਤੋਂ ਪਹਿਲਾਂ ਅਜਿਹੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਜਾਂ ਫਿਰ ਅਜਿਹੀ ਨੀਤੀ ਨੂੰ ਇੰਨੀ ਤਵੱਜੋ ਨਹੀਂ ਸੀ ਦਿੱਤੀ ਗਈ, ਪਰ ਸਾਲ 2014 ਵਿੱਚ PM ਮੋਦੀ ਨੇ ਇਸ ਵਿਦੇਸ਼ ਨੀਤੀ ਨੂੰ ਕਾਫੀ ਗੰਭੀਰਤਾ ਨਾਲ ਲਿਆ ਅਤੇ PM ਵਜੋਂ ਆਪਣੀ ਸਭ ਤੋਂ ਪਹਿਲੀ ਵਿਦੇਸ਼ ਯਾਤਰਾ ਭੂਟਾਨ ਦੇ ਵਿੱਚ ਕੀਤੀ, ਜਿੱਥੇ PM ਤੋਬਗੇ ਅਤੇ ਉਹਨਾਂ ਦੀ ਜਨਤਾ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼੍ਰੀ ਮੋਦੀ ਨੇ ਆਸਟ੍ਰੇਲੀਆ, ਰੂਸ, ਜਾਪਾਨ ਆਦਿ ਕਈ ਦੇਸ਼ਾਂ ਵਿੱਚ ਦੌਰੇ ਕਰਕੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਪਹਿਲ ਕਦਮੀ ਕੀਤੀ। ਇਸ ਤੋਂ ਇਲਾਵਾ ਸ਼੍ਰੀ ਮੋਦੀ ਨੇ 10 ਦਿਨਾਂ ਵਿਦੇਸ਼ ਦੌਰੇ ਦੌਰਾਨ ਕਈ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤਾਂ ਵੀ ਕੀਤੀਆਂ ਅਤੇ ਕਈ ਅਹਿਮ ਸਮਝੌਤਿਆਂ ਤੇ ਦਸਤਖਤ ਵੀ ਕੀਤੇ ਗਏ। मैंने आते ही मेरे PMO को और एफिशिएंट बनाने के लिए और प्रोडक्टिव बनाने के लिए करजाई सिस्टम से कंसल्ट करके उनको मैंने इंडक्ट किया है और ऑलरेडी मेरे यहाँ पिछले 3 महीने से लगातार भिन्न भिन्न डिपार्टमेंट की ट्रेनिंग चल रही है। तो जापान की जो एफिशिएंसी लेवल है वो एटलीस्ट शुरू में मेरे PMO में कैसे आए उस पर मैं लगातार 3 महीने से काम कर रहा हूं और आपकी एक टीम मेरे यहाँ काम कर रही है। तो इससे आपको ध्यान में आएगा कि गुड गवर्नेंस ये मेरी प्रायोरिटी है। और जब मैं गुड गवर्नेंस कहता हूं तब आखिरकार
ईज ऑफ बिजनेस के लिए पहली शुरुआत क्या होती है? यही तो होती है। कोई भी कंपनी आए तो उसको सिंगल विंडो क्लियरेंस की अपेक्षा रहती है। सिंगल विंडो क्लियरेंस अल्टीमेट से मैटर ऑफ गुड गवर्नेंस, और इसलिए हमने गुड गवर्नेंस को बल दिया है। पीएम ਵੱਲੋਂ ਕਈ ਅਜਿਹੀਆਂ ਥਾਵਾਂ ਤੇ ਵੀ ਦੌਰੇ ਕੀਤੇ ਗਏ ਜਿੱਥੇ ਕਾਫੀ ਦੇਰ ਤੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਯਾਤਰਾ ਨਹੀਂ ਸੀ ਕੀਤੀ। ਭਾਰਤ ਦੇ ਰਿਸ਼ਤੇ ਅਮਰੀਕਾ ਨਾਲ ਵੀ ਦਿਨ-ਬ-ਦਿਨ ਕਾਫੀ ਵਧੀਆ ਹੋ ਰਹੇ ਨੇ। ਪੀਐਮ ਵੱਲੋਂ ਆਪਣੀ ਅਮਰੀਕਾ ਯਾਤਰਾ ਸਮੇਂ ਬਰਾਕ ਓਬਾਮਾ ਨਾਲ ਅਹਿਮ ਮੁਲਾਕਾਤ ਕੀਤੀ ਗਈ। ਇਸ ਦੇ ਨਾਲ ਹੀ ਬਰਾਕ ਓਬਾਮਾ 26 ਜਨਵਰੀ ਮੌਕੇ ਭਾਰਤੀ ਯਾਤਰਾ ਕਰਕੇ ਇਸ ਸਮਾਗਮ ਦੇ ਵਿੱਚ ਹਿੱਸਾ ਲੈਣਗੇ, ਜੋ ਕਿ ਸੁਧਰੇ ਹੋਏ ਰਿਸ਼ਤਿਆਂ ਦਾ ਹੀ ਨਤੀਜਾ ਹੈ। ਵਿਦੇਸ਼ਾਂ ਨਾਲ ਰਿਸ਼ਤੇ ਸੁਧਾਰਨ ਤੇ ਜਿੱਥੇ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਆ ਰਿਹਾ ਹੈ, ਉੱਥੇ ਹੀ ਆਯਾਤ ਨਿਰਯਾਤ ਅਤੇ ਇਨਵੈਸਟਮੈਂਟ पॉलिसीज भी ਵਧੀਆ ਹੋ रही ਨੇ। में काफी बदलाव ला रहे हैं। हमने लेबर रिफॉर्म्स किए हैं। मैं जानता हूं भारत जैसे देश में लेबर रिफॉर्म्स के इनिशिएटिव ये राजनीतिक दृष्टि से अनुकूल नहीं होते हैं, लेकिन जनता ने हमें जो जनादेश दिया है और उसको देखते हुए जो मुझे लगता है कि मुझे देश को विकास की दिशा में ले जाना मेरे दायित्व है, और इसलिए राजनीतिक दृष्टि से अनुकूल न हो ऐसे विषयों पर भी हम जिम्मेवारी के साथ कदम उठा रहे हैं, और अल्टीमेटली ये सबके फायदे में जाने वाले हैं। ਉਮੀਦ ਹੈ ਕਿ ਭਵਿੱਖ ਵਿੱਚ ਵੀ ਇਹ ਨੀਤੀ ਕਾਰਗਰ ਸਾਬਿਤ ਹੋਵੇਗੀ ਅਤੇ ਬਾਕੀਆਂ ਦੇਸ਼ਾਂ ਨਾਲ ਭਾਰਤ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਤੇ ਜੇਕਰ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਅਤੇ ਪੰਜਾਬ ਦੇ ਵਿੱਚ ਵਾਪਰੀਆਂ ਕੁਝ ਅਜਿਹੀਆਂ ਘਟਨਾਵਾਂ ਤੇ ਜਿਸ ਨੇ ਸਿਆਸਤ ਤੇ ਆਪਣਾ ਪ੍ਰਭਾਵ ਛੱਡਿਆ, ਤਾਂ ਉਹਨਾਂ ਦੇ ਵਿੱਚ ਸ਼ਾਮਲ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੂੰ ਮਿਲੇ ਕੁਝ ਵੱਡੇ ਝਟਕੇ। ਆਖਿਰ ਕੀ ਸਨ ਉਹ ਮੁੱਦੇ ਜੋ ਸਾਲ 2014 ਵਿੱਚ ਸੁਰਖੀਆਂ 'ਚ ਰਹੇ, ਉਹਨਾਂ ਬਾਰੇ ਜਾਣਾਂਗੇ ਸਾਡੀ ਇਸ ਖਾਸ ਰਿਪੋਰਟ ਵਿੱਚ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਇਸ ਸਾਲ ਪੂਰੀ ਹੋ ਗਈ। ਅਕਾਲੀ ਦਲ ਨੂੰ ਉਸ ਸਮੇਂ ਹੋਰ ਵੀ ਵੱਡਾ ਝਟਕਾ ਲੱਗਾ ਜਦੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕਰ ਦਿੱਤਾ। ਫਿਲਹਾਲ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ। ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਸੀਟਾਂ ਜਿੱਤਣ ਦੇ ਪਾਰਟੀ ਦੇ ਦਾਅਵਿਆਂ ਦੀ ਪੋਲ ਤਾਂ ਖੁੱਲੀ ਹੀ, ਇਸ ਦੇ ਨਾਲ ਹੀ ਪਾਰਟੀ ਨੂੰ ਸਭ ਤੋਂ ਮਜ਼ਬੂਤ ਅੰਮ੍ਰਿਤਸਰ ਦੀ ਸੀਟ ਵੀ ਆਪਣੀ ਹੀ ਗਲਤੀ ਕਾਰਨ ਗਵਾਉਣੀ ਪਈ। ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਤੇ ਭਰੋਸਾ ਨਾ ਕਰਕੇ ਅਰੁਣ ਜੇਤਲੀ ਤੇ ਭਰੋਸਾ ਕਰਨਾ ਕਾਫੀ ਮਹਿੰਗਾ ਪਿਆ, ਜਿਸ ਦਾ ਨਤੀਜਾ ਪਾਰਟੀ ਨੂੰ ਅੰਮ੍ਰਿਤਸਰ ਦੀ ਸੀਟ ਗਵਾ ਕੇ ਭੁਗਤਣਾ ਪਿਆ। ਬਿਊਰੋ ਰਿਪੋਰਟ, ਚੈਨਲ 2। ਸੋ ਇਹ ਸਨ ਕੁਝ ਸੰਖੇਪ ਝਲਕੀਆਂ ਸਾਲ 2014 ਦੀਆਂ ਰਾਜਨੀਤਿਕ ਗਤੀਵਿਧੀਆਂ ਦੀਆਂ, ਜਿਸ ਵਿੱਚ ਕਾਫੀ ਉਤਾਰ ਚੜਾਅ ਵੇਖਣ ਨੂੰ ਮਿਲੇ। ਦੇਸ਼ ਨੇ ਕਾਫੀ ਅਚੀਵਮੈਂਟਸ ਹਾਸਲ ਕੀਤੇ। ਨਾ ਸਿਰਫ ਰਾਜਨੀਤਿਕ ਪੱਧਰ ਤੇ ਬਲਕਿ ਹਰ ਖੇਤਰ ਤੇ ਭਾਰਤ ਮੋਹਰੀ ਦੇਸ਼ ਰਿਹਾ, ਚਾਹੇ ਉਹ ਖੇਡ ਜਗਤ ਹੋਵੇ, ਸਾਹਿਤਿਕ ਜਗਤ, ਸੱਭਿਆਚਾਰਕ ਜਗਤ ਜਾਂ ਕੋਈ ਹੋਰ। ਭਾਰਤ ਨੇ ਖੂਬ ਬੁਲੰਦੀਆਂ ਹਾਸਲ ਕੀਤੀਆਂ ਅਤੇ ਉਮੀਦ ਹੈ ਕਿ ਆਉਣ ਵਾਲਾ ਸਾਲ ਇਸ ਤੋਂ ਬਿਹਤਰ ਅਤੇ ਦੇਸ਼ ਦੀ ਰਾਜਨੀਤੀ ਨੂੰ ਇੱਕ ਵਧੀਆ ਤੇ ਇੱਕ ਅਜਿਹੇ ਮੁਕਾਮ ਤੇ ਪਹੁੰਚਾ ਸਕੇ ਜਿਸ ਨੂੰ ਕੋਈ ਵੀ ਹਿਲਾ ਨਾ ਸਕੇ। ਸੋ ਖਬਰਾਂ ਨਾਲ ਜੁੜੇ ਕਿਸੇ ਵੀ ਸੁਜੈਸ਼ਨ ਜਾਂ ਲੇਟੈਸਟ ਅਪਡੇਟ ਲਈ ਤੁਸੀਂ ਲੌਗ ਇਨ ਕਰ ਸਕਦੇ ਹੋ ਸਾਡੇ ਚੈਨਲ ਦੀ ਵੈਬਸਾਈਟ ਤੇ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿਰਨਪ੍ਰੀਤ ਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਚੈਨਲ 2।